सत श्री अकाल, नमस्कार। मैं हाँ श्वेता प्रभाकर, मेरे नाल ने मिस्टर विनय प्रभाकर ते 7 ओशनस ब्लू वीज़ा कंसलटेंट वालों USA स्टडी वीज़ा दी एक बहुत ही इनफॉर्मेटिव वीडियो असी अपने व्यूअर्स वास्ते, स्टूडेंट्स वास्ते, उन्हां दे पेरेंट्स वास्ते लैके आए हैं। इस वीडियो के राही हर असी इनफॉर्मेशन तुहाडे नाल शेयर करांगे उन्हां स्टूडेंट्स वास्ते जिहड़े कि USA दे विच फर्दर स्टडी लई जाना चाहते हैं। सब तो पहला ਅਸੀਂ ਦੋਨੋਂ ਤੁਹਾਡੇ ਨਾਲ ਸ਼ੇਅਰ ਕਰਨ ਚਾਹ ਰਹੇ ਹਾਂ ਹਰ ਉਹ ਪੈਰਾਮੀਟਰ ਜਿਹੜਾ ਕਿ USA ਸਟੱਡੀ ਵੀਜ਼ਾ ਲਈ ਬਹੁਤ ਇੰਪੋਰਟੈਂਟ ਹੈ। ਬੜੀ ਸਾਰੀ ਇਨਫੋਰਮੇਸ਼ਨ ਹੈ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਤੁਸੀਂ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰ ਸਕਦੇ ਹੋ। ਮੈਂ ਵਿਨੈ ਪ੍ਰਭਾਕਰ ਜੀ ਤੋਂ ਪੁੱਛਣਾ ਚਾਹਾਂਗੀ ਕਿ USA ਬਾਰੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ USA ਕਿੱਦਾਂ ਦੀ ਕੰਟਰੀ ਹੈ ਤੇ ਐਕਚੁਅਲੀ USA ਜਿਹੜੀ ਕੰਟਰੀ ਆ ਉਹਦੇ ਬਾਰੇ ਸਾਨੂੰ ਤੁਸੀਂ ਇਨਫੋਰਮੇਸ਼ਨ ਦਿਓ। ਦੇਖੋ USA ਬਹੁਤ ਸੋਹਣੀ ਕੰਟਰੀ ਹੈ। USA ਦੀ ਫੁੱਲ ਫਾਰਮ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ। ਠੀਕ ਹੈ। USA ਦੀ ਕਰੰਸੀ ਹੈ ਯੂਨਾਈਟਿਡ ਸਟੇਟਸ ਡਾਲਰ USD। ਉਹ ਇੰਡੀਅਨ ਕਰੰਸੀ ਦੇ ਹਿਸਾਬ ਨਾਲ 78 76 ਦੇ ਕੋਲ ਉੱਪਰ ਥੱਲੇ ਹੁੰਦੀ ਰਹਿੰਦੀ ਹੈ। ਠੀਕ ਹੈ। ਔਰ ਇਹ 3rd ਲਾਰਜੈਸਟ ਕੰਟਰੀ ਇਨ ਦ ਵਰਲਡ ਹੈ। ਠੀਕ ਹੈ। ਔਰ ਇਹਨਾਂ ਦੀਆਂ ਟੌਪ 10 ਯੂਨੀਵਰਸਿਟੀਜ਼, ਟੌਪ 100 ਯੂਨੀਵਰਸਿਟੀਜ਼ ਇਨ ਦ ਵਰਲਡ ਵਿੱਚ ਆਉਂਦੀਆਂ ਨੇ। ਇਹਨਾਂ ਦੀ ਸਟੱਡੀਜ਼ ਬਹੁਤ ਵਧੀਆ ਨੇ। ਇਹਨਾਂ ਦੀ ਕੰਟਰੀ ਕਲਚਰਲ ਡਾਈਵਰਸਿਟੀ ਮਤਲਬ ਉਹਨੂੰ ਫੋਲੋ ਕਰਦੀ ਹੈ, ਜਿਸ 'ਚ ਸਾਰੇ ਧਰਮ ਬੜੇ ਖੁਸ਼ੀ ਦੇ ਨਾਲ ਰਹਿੰਦੇ ਨੇ, ਇਕੱਠੇ ਰਹਿੰਦੇ ਨੇ। ਠੀਕ ਹੈ। ਇਹਨਾਂ ਦੀ 50 ਸਟੇਟਸ ਨੇ। ਇੱਕ ਇਹਨਾਂ ਦੀ ਫੈਡਰਲ ਡਿਸਟ੍ਰਿਕਟ ਹੈ ਜੋ ਕਿ ਇਹਨਾਂ ਦੀ ਕੈਪੀਟਲ ਵੀ ਹੈ ਵਾਸ਼ਿੰਗਟਨ DC ਐਂਡ 5 ਮਾਈਨਰ ਆਈਲੈਂਡਸ ਨੇ। ਇਹ ਸਭ USA ਬਾਰੇ ਹੈ। ਇਹਦਾ ਇੱਕ ਬਾਰਡਰ ਕੈਨੇਡਾ ਨਾਲ ਲੱਗਦਾ, ਇੱਕ ਬਾਰਡਰ ਦਾ ਮੈਕਸੀਕੋ ਦੇ ਨਾਲ ਲੱਗਦਾ। ਓਕੇ ਵਿਨੈ ਜੀ, ਮੈਨੂੰ ਤੁਸੀਂ ਪਲੀਜ਼ ਗਾਈਡ ਕਰੋ ਵੀ ਕਿਸ ਤਰ੍ਹਾਂ ਦੇ ਸਟੂਡੈਂਟਸ ਨੇ ਜਿਹੜੇ ਕਿ USA ਦੇ ਵਿੱਚ ਆਪਣੀ ਸਟੱਡੀ ਲਈ ਅਪਲਾਈ ਕਰ ਸਕਦੇ ਨੇ। ਫॉर ਇੰਸਟੈਂਸ +2 ਪਾਸ ਸਟੂਡੈਂਟਸ ਨੇ ਜਾਂ ਗ੍ਰੈਜੂਏਟ ਪਾਸ ਸਟੂਡੈਂਟਸ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੇ ਮੌਕੇ ਮਿਲ ਸਕਦੇ ਨੇ? ਦੇਖੋ ਉੱਥੇ ਕਾਫੀ ਤਰ੍ਹਾਂ ਦੀ ਸਟੱਡੀਜ਼ ਨੇ। ਮੈਂ ਉਹਨਾਂ ਦੇ ਨਾਮ ਲੈਣਾ ਚਾਹੁੰਦਾ ਵਾਂ। ਇੱਕ ਹੁੰਦਾ ਐਸੋਸੀਏਟ ਡਿਗਰੀ, ਉਹ 2 ਸਾਲ ਦੀ ਡਿਗਰੀ ਹੈ, ਉਹ ਜਨਰਲ ਇਨਫੋਰਮੇਸ਼ਨ ਡਿਗਰੀ ਹੁੰਦੀ ਹੈ। ਠੀਕ ਹੈ। ਦੂਸਰੀ ਹੁੰਦੀ ਹੈ ਬੈਚਲਰ ਡਿਗਰੀ, ਉਹ 4 ਸਾਲ ਦੀ ਡਿਗਰੀ ਹੁੰਦੀ ਹੈ। ਤੀਸਰਾ ਹੁੰਦਾ ਮਾਸਟਰ ਡਿਗਰੀ, ਉਹ 1 ਸਾਲ ਦੀ ਵੀ ਹੋ ਸਕਦੀ ਹੈ, 2 ਸਾਲ ਦੀ ਵੀ ਹੋ ਸਕਦੀ ਹੈ। ਚੌਥਾ ਹੁੰਦਾ PhD ਡਾਕਟਰਲ। ਠੀਕ ਹੈ। ਉਹਦੇ ਵਿੱਚ ਬਟ ਇੱਕ ਚੀਜ਼ ਹੁੰਦੀ ਹੈ ਕਿ ਤੁਹਾਨੂੰ ਸੁਪਰਵਾਈਜ਼ਰ, ਰਿਸਰਚ ਸੁਪਰਵਾਈਜ਼ਰ ਤੁਹਾਨੂੰ ਚੂਜ਼ ਕਰਨਾ ਪੈਂਦਾ ਯੂਨੀਵਰਸਿਟੀ ਦਾ। ਅਗਰ ਤੁਸੀਂ ਉਹਨੂੰ ਅਪੁਆਇੰਟ ਕਰ ਸਕਦੇ ਹੋ ਤਾਂ ਹੀ ਤੁਹਾਨੂੰ ਉੱਥੇ ਐਡਮਿਸ਼ਨ ਮਿਲਦਾ ਹੈ। ਠੀਕ ਹੈ। 5th ਹੁੰਦਾ STEM ਪ੍ਰੋਗਰਾਮ। STEM ਪ੍ਰੋਗਰਾਮ ਹੁੰਦਾ ਹੈ, ਉਹਦੇ ਵਿੱਚ ਹੁੰਦਾ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ ਵਿਦ ਕੰਪਿਊਟਰ ਸਾਇੰਸ। ਇਹ ਸਾਰੇ ਸਬਜੈਕਟਸ ਦੇ ਨਾਲ ਜਿਹੜਾ ਤੁਸੀਂ ਕੋਰਸ ਲਓਗੇ ਉਹ STEM ਪ੍ਰੋਗਰਾਮ ਦੇ ਨਾਲ ਆਉਂਦਾ। ਇਹਦਾ ਇੱਕ ਫਾਇਦਾ ਹੁੰਦਾ ਜਿਹੜਾ ਬੱਚਾ STEM ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈਂਦਾ ਹੈ ਉਹਨੂੰ ਐਕਚੁਅਲੀ ਜਿਹੜਾ ਵੀਜ਼ਾ ਮਿਲਦਾ ਹੈ, ਆਪਣਾ ਜਿਹੜਾ ਵਰਕ ਵੀਜ਼ਾ ਆਪਾਂ ਕਹਿੰਦੇ ਉਹ 3 ਸਾਲ ਤੱਕ ਮਿਲਦਾ ਹੈ। STEM ਪ੍ਰੋਗਰਾਮ ਦੇ ਵਿੱਚ ਵਰਕ ਵੀਜ਼ਾ ਬੱਚੇ ਨੂੰ ਸਭ ਤੋਂ ਜ਼ਿਆਦਾ ਮਿਲਦਾ। ਇਹ ਵੈਸੇ ਮੈਂ ਐਡ ਔਨ ਕੀਤਾ। ਠੀਕ ਹੈ। ਹੁਣ ਇੱਕ ਬੱਚੇ ਹੁੰਦੇ, ਇੱਕ ਹੋਰ ਪ੍ਰੋਗਰਾਮ ਉਹਨੂੰ ਕਹਿੰਦੇ IEP ਇੰਟੈਂਸਿਵ ਇੰਗਲਿਸ਼ ਪ੍ਰੋਗਰਾਮ। ਜਿਹੜੇ ਬੱਚੇ IELTS ਨਹੀਂ ਕਰਦੇ ਜਾਂ TOEFL ਨਹੀਂ ਕਰਦੇ, ਠੀਕ ਹੈ, PT ਨਹੀਂ ਕਰਦੇ, ਉਹ ਬੱਚੇ ਇਸ ਪ੍ਰੋਗਰਾਮ ਨੂੰ ਲੈਂਦੇ ਨੇ। ਠੀਕ ਹੈ। ਇੱਕ ਪਾਥਵੇ ਪ੍ਰੋਗਰਾਮ ਹੈ। ਬੱਚੇ ਉੱਥੇ ਜਾ ਕੇ 6 ਮਹੀਨੇ 9 ਮਹੀਨੇ 1 ਸਾਲ ਦਾ ਇੰਟੈਂਸਿਵ ਇੰਗਲਿਸ਼ ਪ੍ਰੋਗਰਾਮ ਕਰਦਾ ਹੈ। ਉਸ ਤੋਂ ਬਾਅਦ 'ਚ ਉਹ ਆਪਣੀ ਮਨ ਚਾਹੀ ਡਿਗਰੀ ਵਾਸਤੇ ਅਪਲਾਈ ਕਰਕੇ ਉਹ 'ਚ ਐਡਮਿਸ਼ਨ ਲੈਂਦਾ ਹੈ। ਇਟਸ ਅ ਪਾਥਵੇ ਪ੍ਰੋਗਰਾਮ। ਸੋ ਇਹ ਸਾਰੇ ਪ੍ਰੋਗਰਾਮ ਨੇ ਜਿਹੜੇ ਬੱਚਾ ਲੈਂਦਾ ਹੈ USA ਵਿੱਚ। ਗੁੱਡ ਸਰ, ਤੁਸੀਂ ਕਾਫੀ ਇਨਫੋਰਮੇਸ਼ਨ ਦਿੱਤੀ। ਮੈਂ ਹੁਣ ਕਨਫਰਮ ਕਰਨਾ ਚਾਹਾਂਗੀ ਸਰ ਤੁਹਾਡੇ ਕੋਲੋਂ ਕਿ ਬੱਚਿਆਂ ਨੂੰ I-20 ਬਾਰੇ ਬਹੁਤ ਜਾਣਕਾਰੀ ਨਹੀਂ ਮਿਲਦੀ। ਜਿੱਦਾਂ ਬਹੁਤ ਸਾਰੀ ਕੰਟਰੀਜ਼ ਨੇ ਕਿਸ ਦੇ ਵਿੱਚ ਉਹਨਾਂ ਨੂੰ LO ਕਹਿ ਦਿੱਤਾ ਜਾਂਦਾ ਹੈ, ਤੇ ਮੈਨੂੰ ਆਫਰ ਲੈਟਰ ਬਾਰੇ I-20 ਬਾਰੇ ਕੁਝ ਇਨਫੋਰਮੇਸ਼ਨ ਸ਼ੇਅਰ ਕਰੋ ਪਲੀਜ਼। ਦੇਖੋ I-20 ਦਾ ਮਤਲਬ ਹੈ ਕਿ ਇੱਕ ਯੂਨੀਵਰਸਿਟੀ ਨੇ ਜਾਂ ਬਾਹਰ ਦੇ USA ਦੇ ਕਾਲਜ ਨੇ ਤੁਹਾਨੂੰ ਐਡਮਿਸ਼ਨ ਦੇ ਦਿੱਤਾ ਹੈ ਵਿਦਆਊਟ ਐਨੀ ਕੰਡੀਸ਼ਨ। ਠੀਕ ਹੈ। ਕਿਉਂਕਿ ਬੱਚਾ ਜਦੋਂ ਪਹਿਲਾਂ ਅਪਲਾਈ ਕਰਦਾ ਹੈ, ਦੇਖੋ ਅਗਰ ਬੱਚਾ ਅੰਡਰ ਗ੍ਰੈਜੂਏਟ ਹੈ ਮਤਲਬ ਉਹਨੇ +2 ਕੀਤੀ ਹੈ, ਉਹ ਅਪਲਾਈ ਕਿਵੇਂ ਕਰ ਸਕਦਾ ਹੈ? ਉਹਦੇ ਕੁਝ ਪੈਰਾਮੀਟਰਸ ਨੇ। ਉਹਦੇ ਕੀ ਪੈਰਾਮੀਟਰਸ ਨੇ? ਉਹਨੂੰ ਦੇਖੋ ਜਾਂ ਤਾਂ IELTS ਚਾਹੀਦੀ ਹੈ, ਨਹੀਂ ਚਾਹੀਦੀ, 10th ਦਾ ਸਰਟੀਫਿਕੇਟ, +2 ਦਾ ਸਰਟੀਫਿਕੇਟ, ਜਾਂ IELTS ਚਾਹੀਦੀ ਹੈ ਜਾਂ ਨਹੀਂ ਚਾਹੀਦੀ, ਤੇ ਪਾਸਪੋਰਟ ਦੀ ਕਾਪੀ। ਠੀਕ ਹੈ। ਇਹ ਲੱਗ ਕੇ ਜਾਂਦੀਆਂ ਨੇ। ਫਿਰ ਕੰਡੀਸ਼ਨ ਲਾ ਕੇ ਆਉਂਦੀ ਹੈ। ਕੰਡੀਸ਼ਨ ਕੀ ਲਾ ਕੇ ਆਉਂਦੀ ਹੈ? ਤੁਸੀਂ $1000 ਸਬਮਿਟ ਕਰੋ, $2000 ਸਬਮਿਟ ਕਰੋ, ਜਾਂ ਤੁਸੀਂ ਆਪਣੇ ਸਿਰਫ ਫੰਡ ਸਾਨੂੰ ਦਿਖਾਓ। ਫੰਡ ਕੌਣ ਸ਼ੋਅ ਕਰ ਰਿਹਾ? ਫਾਦਰ ਕਰ ਰਿਹਾ, ਮਦਰ ਕਰ ਰਿਹਾ, ਤੁਸੀਂ ਕਰ ਰਹੇ ਹੋ, ਤੁਹਾਡਾ ਕੋਈ ਰਿਲੇਟਿਵ ਕਰ ਰਿਹਾ, ਤੁਹਾਡਾ ਭਰਾ ਕਰ ਰਿਹਾ, ਤੁਹਾਡੀ ਸਪਾਊਸ ਕਰ ਰਹੀ ਹੈ, ਕੌਣ ਕਰ ਰਿਹਾ? ਉਹਨਾਂ ਬਾਰੇ ਦੱਸੋ। ਉਹ ਜਦੋਂ ਉਹ ਕ੍ਰਾਈਟੀਰੀਆ ਕਲੀਅਰ ਹੋ ਜਾਂਦਾ ਹੈ ਉਸ ਤੋਂ ਬਾਅਦ 'ਚੋਂ I-20 ਤੁਹਾਨੂੰ ਇੱਕ ਯੂਨੀਵਰਸਿਟੀ ਦਿੰਦੀ ਹੈ। ਠੀਕ ਹੈ। ਉਹ I-20 ਦਾ ਮਤਲਬ ਹੈ ਵਿਦਆਊਟ ਐਨੀ ਕੰਡੀਸ਼ਨ ਨਾਓ ਯੂ ਹੈਵ ਗॉट ਦੀ ਐਡਮਿਸ਼ਨ ਇਨ ਦ ਯੂਨੀਵਰਸਿਟੀ। ਉਹ ਪੇਪਰ ਸਭ ਤੋਂ ਇੰਪੋਰਟੈਂਟ ਹੈ। ਮਤਲਬ I-20 ਇਜ਼ ਐਡਮਿਸ਼ਨ ਫਰੋਮ ਦ ਯੂਨੀਵਰਸਿਟੀ। ਗ੍ਰੇਟ।
ਸਰ ਜਿਹੜੀ I-20 ਹੈ ਉਹ ਯੂਜੂਲੀ ਕਿੰਨੇ ਟਾਈਮ ਦੇ ਵਿੱਚ ਸਟੂਡੈਂਟਸ ਰਿਸੀਵ ਕਰ ਲੈਂਦੇ ਨੇ? ਦੇਖੋ ਮੈਮ, ਉਹ ਡਿਪੈਂਡ ਕਰਦਾ ਹੈ ਬੱਚਾ ਜਦੋਂ ਅਪਲਾਈ ਕਰਦਾ ਹੈ, ਠੀਕ ਹੈ, ਪਹਿਲਾਂ ਇੱਕ ਬੱਚੇ ਨੂੰ ਆਫਰ ਲੈਟਰ ਆਉਂਦੀ ਹੈ, ਉਹਦੀ ਟਰਮਸ ਐਂਡ ਕੰਡੀਸ਼ਨ ਦੱਸਿਆ ਨਾ ਆਉਂਦੀਆਂ, ਬੱਚਾ $1000 ਭਰੇਗਾ, $2000 ਭਰੇਗਾ ਸਿਕਿਉਰਿਟੀ ਡਿਪੋਜ਼ਿਟ, ਨਹੀਂ ਤਾਂ ਆਪਣੇ ਫੰਡ ਸ਼ੇਅਰ ਕਰੇਗਾ, ਠੀਕ ਹੈ। ਫਿਰ ਆਪਣਾ ਫਾਰਮੈਲਿਟੀ ਪੂਰੀ ਕਰਕੇ ਫਿਰ ਆਪਣੇ ਐਪਲੀਕੇਸ਼ਨ ਦੁਬਾਰਾ ਭੇਜਦਾ ਹੈ I-20 ਵਾਸਤੇ। ਉਹਨੂੰ ਮਹੀਨਾ ਵੀ ਲੱਗ ਸਕਦਾ, ਉਹਨੂੰ 1.5 ਮਹੀਨਾ ਵੀ ਲੱਗ ਸਕਦਾ। ਇਹ ਮਤਲਬ ਵਿਦਨ 2 ਮੰਥਸ I-20 ਤੁਹਾਡੀ ਆ ਜਾਂਦੀ ਹੈ। ਗ੍ਰੇਟ। ਜਿੱਦਾਂ ਕਿ ਅਸੀਂ ਤੁਹਾਡੇ ਜਿਹੜਾ ਤੁਸੀਂ ਸਾਨੂੰ ਜਵਾਬ ਦਿੱਤਾ ਉਹ ਤੋਂ ਈਜ਼ੀਲੀ ਪਤਾ ਕਰ ਸਕਦੇ ਹਾਂ ਵੀ I-20 ਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੋਏਗੀ ਕਿਹੜੇ ਕਾਲਜ ਵਾਸਤੇ ਜਾ ਰਿਹਾ, ਕਿਹੜੇ ਕੋਰਸ ਵਾਸਤੇ ਜਾ ਰਿਹਾ, ਕਿੰਨੇ ਡਿਊਰੇਸ਼ਨ ਦਾ ਉਸਦਾ ਕੋਰਸ ਰਹੇਗਾ, ਕਿ ਉਹਨੇ ਫੀਸ ਸਟਰਕਚਰ ਪੇ ਕਰਨਾ ਹੈ, ਤੇ ਇਹ ਸਾਰੇ ਜਿਹੜੀਆਂ ਇਨਫੋਰਮੇਸ਼ਨਸ ਹੈ ਇਸ ਦੇ ਨਾਲ I-20 ਦੇ ਵਿੱਚ ਪੂਰੀ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ। ਤੇ ਬੱਚਿਆਂ ਨੂੰ ਗਾਈਡ ਵੀ ਕੀਤਾ ਜਾਂਦਾ ਹੈ ਕਿ ਜਦੋਂ ਵੀ ਤੁਸੀਂ ਆਪਣੀ I-20 ਵਾਸਤੇ ਅਪਲਾਈ ਕਰੋ, ਤੁਸੀਂ ਕੋਸ਼ਿਸ਼ ਕਰੋ ਇਨੀਸ਼ੀਅਲ ਸਟੇਜ ਤੇ ਤੁਸੀਂ 2 ਜਾਂ 3 ਕਾਲਜਿਸ ਦਾ ਚੁਣਾਵ ਕਰੋ, ਯੂਨੀਵਰਸਿਟੀਜ਼ ਦਾ ਚੁਣਾਵ ਕਰੋ ਜਿਸ ਦੇ ਵਿੱਚ ਤੁਸੀਂ ਆਪਣੀ I-20 ਨੂੰ ਅਪਲਾਈ ਕਰੋ। ਫਾਈਨਲੀ ਜਿਸ ਦੇ ਵਿੱਚ ਵੀ ਤੁਸੀਂ ਆਪਣਾ ਅਪਲਾਈ ਕਰਨਾ ਚਾਹੁੰਦੇ ਹੋ ਯੂਨੀਵਰਸਿਟੀ ਕਾਲਜ ਦੇ ਵਿੱਚ ਆਫਟਰ ਵੀਜ਼ਾ ਹੀ, ਕਿਉਂਕਿ ਤੁਸੀਂ ਇਹਦੇ ਵਿੱਚ ਫੀਸ ਜਿਹੜੀ ਹੈ ਉਹ ਪੇ ਕਰਨੀ ਹੁੰਦੀ ਹੈ। ਕੁਝ ਅਮਾਊਂਟ ਹੈਗਾ ਜਿਹੜਾ ਯੂਨੀਵਰਸਿਟੀਜ਼ ਕਾਲਜਿਸ ਦੀਆਂ ਕੰਡੀਸ਼ਨਸ ਹੁੰਦੀਆਂ ਨੇ ਵੀ ਤੁਸੀਂ ਕੁਝ ਫਿਜ਼ੀਕਲ ਇੱਕ ਅਮਾਊਂਟ ਹੈ ਜਿਹੜਾ ਤੁਸੀਂ ਪੇ ਕਰਨਾ ਹੈ, ਅਦਰਵਾਈਜ਼ ਰੈਸਟ ਆਫ ਦੀ ਫੀਸ ਜਿਹੜੀ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਦੇ ਨੇ। ਜਿਹੜੀ ਇਹ I-20 ਹੈ ਇਸ ਦਾ ਬਹੁਤ ਇੰਪੋਰਟੈਂਟ ਰੋਲ ਰਹਿੰਦਾ ਹੈ ਸਟੂਡੈਂਟਸ ਦੇ ਲਈ, ਬਿਕੋਜ਼ ਇੰਟਰਵਿਊ ਜਦੋਂ ਦਿੱਤੀ ਜਾਂਦੀ ਹੈ ਸਟੂਡੈਂਟ ਵੱਲੋਂ, ਤੇ ਜਿਹੜਾ ਇੰਟਰਵਿਊ ਹੈ, ਜਿਹੜਾ ਵੀਜ਼ਾ ਆਫਿਸਰ ਹੈ ਤੁਹਾਡੇ ਕੋਲੋਂ ਬਹੁਤ ਸਾਰੇ ਕੁਐਸਚਨਸ ਪੁੱਛਦਾ ਰਿਗਾਰਡਿੰਗ I-20 ਤੇ ਗੋ ਥਰੂ ਕੀਤੀ ਜਾਂਦੀ ਹੈ। ਹੁਣ ਅਸੀਂ ਗੱਲ ਕਰਾਂਗੇ ਕਿ USA ਦਾ ਜਿਹੜਾ ਸਟੱਡੀ ਵੀਜ਼ਾ ਹੈ ਉਸ ਦੀ ਡਿਫਰੈਂਟ ਕੈਟਾਗਰੀਜ਼ ਨੇ। ਜਿਹੜੀਆਂ 3 ਕੈਟਾਗਰੀਜ਼ ਨੇ ਸਰ ਸਟੂਡੈਂਟ ਵੀਜ਼ਾਸ ਦੀਆਂ, ਉਹ ਮੇਰੇ ਨਾਲ ਪਲੀਜ਼ ਸ਼ੇਅਰ ਕਰੋ। ਦੇਖੋ ਮੈਮ 3 ਕੈਟਾਗਰੀਜ਼ ਨੇ, ਇੱਕ ਆਉਂਦੀ ਹੈ F ਕੈਟਾਗਰੀ, ਇੱਕ ਆਉਂਦੀ J ਤੇ ਇੱਕ ਆਉਂਦੀ M ਕੈਟਾਗਰੀ, ਠੀਕ ਹੈ। ਸਟੂਡੈਂਟ ਵੀਜ਼ਾ ਜਿਹੜੇ ਜਨਰਲ ਸਟੂਡੈਂਟ ਵੀਜ਼ਾਸ ਨੇ, ਜਿਵੇਂ ਮੈਂ ਹੁਣ ਦੱਸਿਆ ਐਸੋਸੀਏਟ ਡਿਗਰੀ ਕਰਨੀ ਹੈ, ਕਿਸੇ ਨੇ ਡਿਗਰੀ ਕਰਨੀ ਹੈ ਬੈਚਲਰ ਜਾਂ ਮਾਸਟਰ ਡਿਗਰੀ ਕਰਨੀ ਹੈ, ਜਾਂ ਕਿਸੇ ਨੇ IEP ਇੰਟੈਂਸਿਵ ਇੰਗਲਿਸ਼ ਪ੍ਰੋਗਰਾਮ ਜਾਣਾ ਜਾਂ ਡਾਕਟਰਲ PhD ਕਰਨੀ ਹੈ, ਵਟਐਵਰ, ਇਹ ਸਾਰੇ F ਕੈਟਾਗਰੀ ਦੇ ਅੰਦਰ ਆਉਂਦੇ ਨੇ, ਠੀਕ ਹੈ। J ਕੈਟਾਗਰੀ ਹੁੰਦਾ ਐਕਸਚੇਂਜ ਸਟੂਡੈਂਟ, ਉੱਥੇ ਜਾ ਕੇ ਕਿਸੇ ਨੇ ਪ੍ਰੋਗਰਾਮ ਚੇਂਜ ਕੀਤਾ, ਉਹ J ਸਟੂਡੈਂਟ ਦੇ ਅੰਡਰ ਫਿਰ ਵਰਕ ਆਪਣਾ ਕਰੇਗਾ। ਫਿਰ ਆਉਂਦਾ M ਕੈਟਾਗਰੀ। M ਕੈਟਾਗਰੀ ਆਉਂਦਾ ਜਿਹੜੇ ਵੋਕੇਸ਼ਨਲ ਪ੍ਰੋਗਰਾਮ ਹੁੰਦੇ ਨੇ, ਉਹ ਪ੍ਰੋਗਰਾਮ ਹੁੰਦੇ ਨੇ ਜਿਹਦੇ ਵਿੱਚ ਐਜੂਕੇਸ਼ਨ ਦਾ ਜ਼ਿਆਦਾ ਇੰਪੋਰਟੈਂਸ ਨਹੀਂ ਹੈ, ਪ੍ਰੈਕਟੀਕਲ ਟ੍ਰੇਨਿੰਗ ਦੀ ਜ਼ਿਆਦਾ ਇੰਪੋਰਟੈਂਸ ਹੈ। ਪ੍ਰੈਕਟੀਕਲ ਟ੍ਰੇਨਿੰਗ ਮਤਲਬ ਜਿਵੇਂ ਸ਼ੈਫ ਹੈ, ਕਿਸੇ ਨੇ ਸ਼ੈਫ ਬਣਨਾ ਹੈ, ਠੀਕ ਹੈ, ਵੋਕੇਸ਼ਨਲ ਟ੍ਰੇਨਿੰਗ ਦੇ ਅੰਦਰ ਆਉਂਦਾ ਹੈ, ਉੱਥੇ ਜਾ ਕੇ ਸਾਰੀ ਪ੍ਰੈਕਟੀਕਲ ਟ੍ਰੇਨਿੰਗ ਹੁੰਦੀ ਹੈ, ਉਹਦੇ ਵਾਸਤੇ M ਕੈਟਾਗਰੀ ਹੈ। ਤੇ ਜੇ ਅਸੀਂ ਗੱਲ ਕਰੀਏ ਤੇ USA ਦੇ ਵਿੱਚ ਹਰ ਤਰ੍ਹਾਂ ਦੇ ਸਟੂਡੈਂਟਸ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਹੈ ਜਿਹੜੇ ਫਰਦਰ ਕੋਰਸਿਸ ਨੇ ਉਹ ਅਵੇਲੇਬਲ ਨੇ, ਉਹ ਫਰਦਰ ਸਟੱਡੀ ਉੱਥੇ ਆਪਣੀ ਕਰ ਸਕਦੇ ਨੇ। ਹੁਣ ਅਸੀਂ ਸਭ ਤੋਂ ਇੰਪੋਰਟੈਂਟ ਫੈਕਟਰ ਦੀ ਗੱਲ ਕਰਾਂਗੇ, ਉਹ ਹੈ ਇੰਟਰਵਿਊ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ USA ਇੱਕ ਇੰਟਰਵਿਊ ਬੇਸਡ ਵੀਜ਼ਾ ਹੈ। ਵੀਜ਼ਾ ਆਫਿਸਰ ਤੁਹਾਡੇ ਕੋਲੋਂ ਕੁਐਸਚਨਸ ਪੁੱਛਦੇ ਨੇ, ਤੁਹਾਡੀ 1-to-1 ਇੰਟਰੈਕਸ਼ਨ ਦੇ ਵਿੱਚ ਜਦੋਂ ਇੰਟਰਵਿਊ ਸੈਸ਼ਨ ਹੁੰਦਾ ਹੈ, ਜਿਹੜਾ ਇੰਟਰਵਿਊਅਰ ਹੈ, ਜਿਹੜਾ ਵੀਜ਼ਾ ਆਫਿਸਰ ਹੈ, ਉਹ ਤੁਹਾਡੇ ਕੋਲੋਂ ਬਹੁਤ ਸਾਰੇ ਕੁਐਸਚਨਸ ਪੁੱਛਦਾ ਹੈ। ਵਿਨੀ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਇੰਟਰਵਿਊ ਦਾ ਕਿੰਨਾ ਇੰਪੋਰਟੈਂਟ ਰੋਲ ਹੈ? ਕਿਉਂ ਵੀਜ਼ਾ ਰਿਜੈਕਟ ਹੋ ਜਾਂਦੇ ਨੇ, ਜਾਂ ਕਿਸ ਤਰ੍ਹਾਂ ਦੇ ਕੁਐਸਚਨਸ ਨੇ ਜਿਹੜੇ ਇੰਟਰਵਿਊ ਦੇ ਵਿੱਚ ਪੁੱਛੇ ਜਾਂਦੇ ਨੇ ਸਟੂਡੈਂਟਸ ਕੋਲੋਂ? ਦੇਖੋ, ਇੰਟਰਵਿਊ ਦਾ ਸਭ ਤੋਂ ਜ਼ਿਆਦਾ ਰੋਲ ਹੈ USA ਸਟੱਡੀ ਪਰਮਿਟ ਵਾਸਤੇ, ਠੀਕ ਹੈ। ਵੀਜ਼ਾ ਆਫਿਸਰ ਉੱਥੇ ਬੈਠੇ ਨੇ, ਤੁਹਾਡੀ ਇੰਟਰਵਿਊ ਲੈਣ ਵਾਸਤੇ ਬੈਠੇ ਨੇ, ਤੁਹਾਡਾ ਕੌਨਫੀਡੈਂਸ ਦੇਖਦੇ ਨੇ, ਤੁਹਾਨੂੰ ਇਹ ਦੇਖਦੇ ਨੇ ਕਿ ਤੁਸੀਂ ਕਿਉਂ ਆਪਟ ਕੀਤਾ USA। ਸਭ ਤੋਂ ਜ਼ਿਆਦਾ ਪਹਿਲਾਂ ਤਾਂ ਕੁਐਸਚਨ ਇਹ ਪੁੱਛਿਆ ਜਾਂਦਾ ਵਾਈ USA, ਠੀਕ ਹੈ ਨਾ, ਕਿ USA ਹੀ ਕਿਉਂ, ਅਦਰ ਕੰਟਰੀਜ਼ ਕਿਉਂ ਨਹੀਂ। ਬਹੁਤ ਸਾਰੀ ਹੋਰ ਅੱਛੀ ਕੰਟਰੀਜ਼ ਨੇ, ਉਹਨਾਂ ਵਿੱਚ ਤੁਸੀਂ ਕਿਉਂ ਅਪਲਾਈ ਨਹੀਂ ਕੀਤਾ, ਤੁਹਾਨੂੰ ਪਹਿਲਾਂ ਉਹ ਪੈਰਾਮੀਟਰ ਪਤਾ ਹੋਣਾ ਚਾਹੀਦਾ, ਵਾਈ USA। ਦੂਜਾ ਆਉਂਦਾ ਵਾਈ ਦਿਸ ਯੂਨੀਵਰਸਿਟੀ, ਜਿਹੜੀ ਤੁਸੀਂ ਯੂਨੀਵਰਸਿਟੀ ਜਾਂ ਕਾਲਜ ਆਪਟ ਕੀਤਾ ਉਹੀ ਯੂਨੀਵਰਸਿਟੀ ਕਿਉਂ, ਐਂਡ ਉਹੀ ਕੋਰਸ ਕਿਉਂ, ਹੋਰ ਕੋਈ ਕੋਰਸ ਕਿਉਂ ਨਹੀਂ, ਤੇ ਹੋਰ ਕੋਈ ਯੂਨੀਵਰਸਿਟੀ ਕਿਉਂ ਨਹੀਂ। ਇਹ 2 ਬੇਸਿਕ ਕੁਐਸਚਨਸ ਨੇ ਜਿਹਦੇ ਵਿੱਚ 60% ਬੱਚੇ ਪ੍ਰੋਪਰਲੀ ਵੀਜ਼ਾ ਆਫਿਸਰ ਨੂੰ ਦੱਸ ਹੀ ਨਹੀਂ ਪਾਉਂਦੇ, ਤੇ ਉਸ ਕਰਕੇ ਉਹਨਾਂ ਦਾ ਵੀਜ਼ਾ ਰਿਫਿਊਜ਼ਲ ਹੋ ਜਾਂਦਾ। ਜਿਹੜੇ ਤੇ ਬੱਚੇ ਬੜੇ ਕੌਨਫੀਡੈਂਟਲੀ ਇਹਨਾਂ ਦੇ ਆਨਸਰ ਦੇ ਦਿੰਦੇ ਨੇ, ਠੀਕ ਹੈ, ਉਹ 60-70% ਜਸਟੀਫਾਈ ਆਪਣਾ ਸਟੱਡੀ ਪਰਮਿਟ ਉੱਥੇ ਹੀ ਕਰ ਦਿੰਦੇ ਨੇ। ਫਿਰ ਥੋੜੀ ਬਹੁਤੀ ਇਨਫੋਰਮੇਸ਼ਨ ਮੈਡਮ ਉਹ ਹੋਰ ਲੈਂਦੇ ਨੇ, ਵੀਜ਼ਾ ਆਫਿਸਰ ਹੋਰ ਲੈਂਦੇ ਨੇ, ਜਿਵੇਂ ਕਿ ਤੁਸੀਂ ਤੁਹਾਡੇ ਫਾਦਰ ਸਾਹਿਬ ਦੀ ਇਨਕਮ ਕਿੰਨੀ ਹੈ ਈਅਰਲੀ, ਠੀਕ ਹੈ, ਤੇ ਉਹ ਕਿੰਨੀ ਆਈਡੀਆ। ਜਿੱਦਾਂ ਕਿ ਸਰ ਨੇ ਸਾਨੂੰ ਦੱਸਿਆ ਕਿ ਜਦੋਂ ਵੀ USA ਦੀ ਇੰਟਰਵਿਊ ਹੁੰਦੀ ਹੈ, ਬਹੁਤ ਇੰਪੋਰਟੈਂਟ ਹੈ ਬੱਚੇ ਦੇ ਵਿੱਚ ਕੌਨਫੀਡੈਂਸ, ਉਸਦੇ ਕਮਿਊਨੀਕੇਸ਼ਨ ਸਕਿੱਲਸ, ਬਿਕਾਜ਼ ਇੱਕ ਇੰਗਲਿਸ਼ ਸਪੀਕਿੰਗ ਕੰਟਰੀ ਹੈ, ਉਸ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਤੁਹਾਡੀ ਇੰਗਲਿਸ਼ ਲੈਂਗੁਏਜ ਦੇ ਉੱਤੇ ਕਮਾਂਡ ਹੈ।
ਮੋਰ ਓਵਰ ਜਦੋਂ ਤੁਸੀਂ ਆਪਣੀ ਇੰਟਰਵਿਊ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਹੋ, ਅਸੀਂ ਇਹੀ ਕਹਾਂਗੇ ਕਿ ਜੋ ਵੀ ਤੁਹਾਡੇ ਫੰਡਸ ਹੈ ਉਹਨਾਂ ਦੀ ਬੈਂਕ ਸਟੇਟਮੈਂਟ ਤੁਸੀਂ ਆਪਣੇ ਨਾਲ ਲੈ ਕੇ ਜਾਓ। ਡਿਊਰਿੰਗ ਦ ਇੰਟਰਵਿਊ ਸੈਸ਼ਨ ਜਦੋਂ ਵੀ ਤੁਹਾਡੇ ਕੋਲੋਂ ਇੰਟਰਵਿਊਅਰ ਜਿਹੜਾ ਤੁਹਾਡਾ ਵੀਜ਼ਾ ਆਫਿਸਰ ਹੈ ਤੁਹਾਡੇ ਕੋਲੋਂ ਜੋ ਕੁਐਸਚਨਸ ਪੁੱਛ ਰਿਹਾ ਰਿਗਾਰਡਿੰਗ ਤੁਹਾਡੀ I-20, ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ, ਉਸ ਦੇ ਰਿਗਾਰਡਿੰਗ ਤੁਹਾਡੇ ਕਾਲਜ, ਯੂਨੀਵਰਸਿਟੀ, ਫੀਸ ਸਟਰਕਚਰ, ਤੁਸੀਂ ਕਿੱਥੇ ਰਹਿਣ ਜਾ ਰਹੇ ਹੋ, ਉਹ ਸਾਰੀਆਂ ਇਨਫੋਰਮੇਸ਼ਨਾਂ ਤੁਹਾਨੂੰ ਪਤਾ ਹੋਣਾ ਚਾਹੀਦੀ ਹੈ। ਤੁਹਾਡੀ ਜਿਹੜੀ ਕੰਟਰੀ ਹੈ, ਹੋਮ ਕੰਟਰੀ ਹੈ, ਉਹਦੇ ਨਾਲ ਸਟਰੋਂਗ ਬੌਂਡ ਹੋਣਾ ਚਾਹੀਦਾ ਹੈ। ਦਿਖਣਾ ਚਾਹੀਦਾ ਹੈ ਕਿ ਤੁਸੀਂ USA ਦੇ ਵਿੱਚ ਸਟੱਡੀ ਕਰਕੇ ਆਪਣੇ ਹੋਮ ਕੰਟਰੀ ਦੇ ਵਿੱਚ ਵਾਪਸ ਆਓਗੇ। ਤੇ ਮੋਰ ਓਵਰ ਤੁਹਾਡਾ ਜਿਹੜਾ ਪ੍ਰੋਸਪੈਕਟ ਹੈ USA ਦੇ ਵਿੱਚ, ਉਹ ਦਿਖਣਾ ਚਾਹੀਦਾ ਹੈ ਕਿ ਤੁਸੀਂ ਸਟੱਡੀ ਵਾਸਤੇ ਹੀ ਉੱਥੇ ਜਾ ਰਹੇ ਹੋ, ਕੰਮ ਕਰਨਾ ਤੁਹਾਡਾ ਮੋਟਿਵ ਨਹੀਂ ਹੈ। ਤੁਹਾਡਾ ਮੋਟਿਵ ਹੈ ਸਟੱਡੀ ਕਰਨਾ ਤੇ ਆਪਣੀ ਹੋਮ ਕੰਟਰੀ ਦੇ ਵਿੱਚ ਵਾਪਸ ਆਉਣਾ। ਇੱਕ USA ਇੰਟਰਵਿਊ ਦਾ ਬੇਸਿਕ ਡਿਫਰੈਂਟ ਸੈਸ਼ਨ ਲੈ ਕੇ ਅਸੀਂ ਉਹ ਤੁਹਾਡੇ ਨਾਲ ਵੱਖਰਾ ਆਵਾਂਗੇ। ਹਜੇ ਮੈਂ ਫਰਦਰ ਸਰ ਦੇ ਕੋਲੋਂ ਹੋਰ ਵੀ ਬਹੁਤ ਸਾਰੀ ਕੁਐਰੀਜ਼, ਕੁਐਸਚਨ ਹੈ ਜਿਹੜੇ ਪੁੱਛਣਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ ਮੈਂ ਸਰ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਾਂਗੀ ਕਿ USA ਸਟੱਡੀ ਦੇ ਵੀਜ਼ਾ ਦੇ ਵਿੱਚ ਜਿਹੜਾ ਡਿਪੈਂਡੈਂਟ ਹੈ ਉਹ ਨਾਲ ਜਾ ਸਕਦਾ ਹੈ? ਬਿਲਕੁਲ ਜਾ ਸਕਦਾ ਜੀ, ਡਿਪੈਂਡੈਂਟ ਨਾਲ ਜਾ ਸਕਦਾ। ਡਿਪੈਂਡੈਂਟ ਚਾਹੇ ਬੱਚਾ ਹੋਵੇ ਚਾਹੇ ਉਹਦੀ ਸਪਾਊਸ ਹੋਵੇ, ਉਹ ਦੋਵੇਂ ਜਾ ਸਕਦੇ ਨੇ। ਉਹ ਆਪਣਾ ਖਰਚਾ ਬਸ ਜਿਹੜਾ ਭਰਦੇ ਨੇ, ਦਿਖਾਉਂਦੇ ਨੇ, ਉਹ ਦਿਖਾਉਣਾ ਹੈ, ਉਹ ਨਾਲ ਜਾ ਸਕਦੇ ਆ, ਬਾਅਦ 'ਚ ਵੀ ਜਾ ਸਕਦੇ ਆ, ਦੋਵੇਂ ਨਾਲ ਵੀ ਜਾ ਸਕਦੇ ਆ। ਅਗਰ ਸਟੂਡੈਂਟ ਉੱਥੇ ਚਲਾ ਗਿਆ ਉਸ ਤੋਂ ਬਾਅਦ 'ਚ ਵੀ ਜਾ ਸਕਦੇ ਆ। ਆਲਰਾਈਟ ਸਰ, ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਮੈਨੂੰ ਬਹੁਤ ਸਾਰੇ ਕੁਐਸਚਨਸ ਬੱਚੇ ਪੁੱਛਦੇ ਨੇ ਸਰਵਿਸ ਫੀ ਰਿਗਾਰਡਿੰਗ। ਜਿਹੜੀ ਇਹ ਸਰਵਿਸ ਫੀ ਹੈ ਸਰ, ਇੱਕ ਸਰਵਿਸ ਫੀ ਦੇ ਬਾਰੇ ਸਾਨੂੰ ਕੁਝ ਇਨਫੋਰਮੇਸ਼ਨ ਦਿਓ, ਬਿਕੋਜ਼ ਯੂਜੂਅਲੀ ਬੱਚਿਆਂ ਨੂੰ ਸਰਵਿਸ ਫੀ ਬਾਰੇ ਕੁਝ ਪਤਾ ਨਹੀਂ ਹੁੰਦਾ। ਜਿਹੜੇ ਕੀ ਅਮਾਊਂਟ ਪੇ ਕਰਨਾ ਪੈਂਦਾ ਬੱਚਿਆਂ ਨੂੰ, ਐਕਚੁਅਲੀ ਸਰਵਿਸ ਫੀ ਦਾ ਕੀ ਰੋਲ ਹੈ? ਦੇਖੋ, ਸਰਵਿਸ ਫੀ ਐਕਚੁਅਲੀ ਕੀ ਹੈ, ਜਦੋਂ ਤੁਸੀਂ ਆਪਣਾ ਸਪੋਜ਼ ਤੁਸੀਂ +2 ਦੇ ਬੱਚੇ ਹੋ ਜਾਂ ਤੁਸੀਂ ਗ੍ਰੈਜੂਏਸ਼ਨ ਦੇ ਬੱਚੇ ਹੋ, ਤੁਸੀਂ ਆਪਣੀ I-20 ਅਪਲਾਈ ਕੀਤੀ, ਤੁਹਾਡੀ I-20 ਆ ਗਈ, ਠੀਕ ਹੈ। I-20 ਆ ਗਈ, ਉਸ ਤੋਂ ਬਾਅਦ 'ਚੋਂ ਫਿਰ ਸਾਡਾ ਵੀਜ਼ਾ ਪ੍ਰੋਸੈਸ ਹੋਣਾ ਸ਼ੁਰੂ ਹੋ ਜਾਂਦਾ। ਹੁਣ ਸਰਵਿਸ ਉਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ, ਤੁਹਾਨੂੰ ਸਰਵਿਸ ਫੀ ਦੇਣੀ ਪੈਂਦੀ ਹੈ। ਨਾਓ ਵਾਟ ਇਜ਼ ਸਰਵਿਸ? ਹੈ ਨਾ, ਸਰਵਿਸ ਇੱਕ SEVP ਇੱਕ ਪ੍ਰੋਗਰਾਮ ਹੈ। SEVP ਮਤਲਬ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰੋਗਰਾਮ, ਠੀਕ ਹੈ। ਉਹਦੀ ਫੀਸ ਹੈ, ਹੁਣ ਉਹਦੀ ਸਰਵਿਸ ਫੀਸ ਹੈ ਉਸ ਚੀਜ਼ ਦੀ। ਉਹ ਇੱਕ USA ਦਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਹੈ, ਠੀਕ ਹੈ। ਉਹ ਇੱਕ ਸਟੂਡੈਂਟ ਦੀ ਪ੍ਰੋਪਰ ਇਨਫੋਰਮੇਸ਼ਨ ਰੱਖਦਾ ਹੈ, ਸਟੂਡੈਂਟ ਨੂੰ ਇੱਕ ਨੰਬਰ ਦੇ ਦਿੰਦਾ, ਉਹ ਨੰਬਰ ਉਹਦੇ ਕੋਲ ਹਮੇਸ਼ਾ ਰਹਿੰਦਾ। ਸਟੂਡੈਂਟ ਬਾਹਰ ਜਾ ਕੇ ਕੀ ਕਰ ਰਿਹਾ, USA ਜਾ ਕੇ ਕੀ ਕਰ ਰਿਹਾ, ਪਲੱਸ ਸਟੂਡੈਂਟ ਦੀ ਸਾਰੀ ਬੈਕਗਰਾਊਂਡ ਇਨਫੋਰਮੇਸ਼ਨ ਟੋਟਲ ਉਸ ਸਰਵਿਸ ਦੇ ਅੰਦਰ ਰਹਿੰਦੀ ਹੈ, ਠੀਕ ਹੈ। ਉਹ ਉਸ ਪ੍ਰੋਗਰਾਮ ਦੇ ਅੰਡਰ ਰਹਿੰਦੀ ਹੈ ਤੇ ਉਹਦੀ ਫੀਸ ਹੈ $350। ਜਦੋਂ I-20 ਉਹਦੇ ਬੱਚੇ ਦੀ ਆ ਜਾਂਦੀ ਹੈ, ਫਿਰ ਬੱਚਾ ਸਰਵਿਸ ਫੀ ਭਰਦਾ ਹੈ, ਉਹ $350 ਭਰਦਾ ਹੈ। ਸਪੋਜ਼ I-20 ਦੀ ਫੀਸ $200 ਹੈ, ਕਿਸੇ 150 ਹੈ, ਕਿਸੇ ਦੀ ਨਹੀਂ ਵੀ ਹੁੰਦੀ ਯੂਨੀਵਰਸਿਟੀ ਦੀ, ਠੀਕ ਹੈ। ਬਟ ਸਰਵਿਸ ਫੀ ਦੀ $350 ਫੀਸ ਲੱਗਣੀ ਹੀ ਲੱਗਣੀ ਹੈ। ਫਿਰ ਤੁਹਾਡਾ DS 160 ਫਾਰਮ ਭਰਿਆ ਜਾਂਦਾ, ਉਹਦੇ ਵਿੱਚ ਤੁਹਾਡੀ ਸਰਵਿਸ ਫੀ ਦੀ ਇਨਫੋਰਮੇਸ਼ਨ ਜਾਂਦੀ ਹੈ। DS 160 ਦਾ ਜਿਹੜੀ ਉਹ ਇੱਕ ਅੰਬੈਸੀ ਫੀਸ ਹੁੰਦੀ ਹੈ। DS 160 ਫਾਰਮ ਤੁਹਾਡੀ ਸਾਰੀ ਇਨਫੋਰਮੇਸ਼ਨ, ਜਨਰਲ ਇਨਫੋਰਮੇਸ਼ਨ DS 160 ਵਿੱਚ ਹੀ ਭਰੀ ਜਾਂਦੀ ਹੈ, ਠੀਕ ਹੈ। ਫਿਰ ਅੰਬੈਸੀ ਫੀਸ ਹੈ $160, ਉਹ ਭਰਿਆ ਜਾਂਦਾ ਹੈ, ਠੀਕ ਹੈ। ਇੱਕ ਤੁਹਾਡਾ ਮੈਡੀਕਲ ਹੁੰਦਾ ਜੋ 4500 4000 ਦਾ ਇੱਕ ਮੈਡੀਕਲ ਅਲੱਗ ਹੁੰਦਾ, ਠੀਕ ਹੈ। ਅਗਰ ਮੈਂ ਖਰਚੇ ਦੀ ਮੈਡਮ ਗੱਲ ਕਰਾਂ, ਖਰਚਾ ਇੱਕ ਬੱਚੇ ਦਾ ਇੰਡੀਅਨ ਨੈਸ਼ਨਲ ਰੁਪੀਜ਼ ਦੇ ਵਿੱਚ 50,000 ਤੋਂ 60,000 ਰੁਪਈਆ ਲੱਗਦਾ ਹੀ ਲੱਗਦਾ ਹੈ USA ਦੇ ਵਿੱਚ ਪਹਿਲਾਂ, ਕਿਉਂਕਿ ਇਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਬੱਚਾ ਆਪਣੀ ਫੀਸ, ਆਪਣੀ ਟਿਊਸ਼ਨ ਫੀਸ ਜੋ ਕਿ $13-14,000 ਹੈ, ਉਹ ਭਰੇ ਇੱਕ ਸਾਲ। ਮਤਲਬ ਪਹਿਲਾਂ ਜਿਵੇਂ ਕੈਨੇਡਾ, ਆਸਟ੍ਰੇਲੀਆ, USA ਕੈਨੇਡਾ ਆਸਟ੍ਰੇਲੀਆ 'ਚ ਭਰਦੇ ਨੇ, USA ਜ਼ਰੂਰੀ ਨਹੀਂ ਹੈ ਕਿ ਉਹ ਬੱਚਾ ਫੀਸ ਭਰੇ, ਉਹ ਆਪਣੇ ਵੀਜ਼ੇ ਤੋਂ ਬਾਅਦ ਵੀ ਫੀਸ ਭਰ ਸਕਦਾ ਹੈ। ਇਹ USA ਇਸ ਕਰਕੇ ਬਾਕੀ ਕੰਟਰੀਆਂ ਨਾਲੋਂ ਬਹੁਤ ਵਧੀਆ ਹੈ। ਤੁਹਾਨੂੰ ਇੰਨਾ ਪਹਿਲਾਂ ਖਰਚਾ ਕਰਨ ਦੀ ਲੋੜ ਨਹੀਂ ਹੁੰਦੀ ਹੈ। ਤੁਸੀਂ ਆਪਣਾ ਬੇਸਿਕ ਖਰਚਾ ਜਿਹੜਾ 50-60-70,000 ਰੁਪਏ ਕਰਦੇ ਹੋ, ਉਸ ਤੋਂ ਬਾਅਦ ਤੁਹਾਨੂੰ ਸਿੱਧਾ ਆਫਟਰ ਵੀਜ਼ਾ ਹੀ ਫੀਸ ਭਰਨੀ ਪੈਂਦੀ ਹੈ। ਜਿੱਥੇ ਤੱਕ ਮੈਂ ਵਿਨੇ ਜੀ ਦੀ ਗੱਲ ਨੂੰ ਸਮਝੀ ਹੈ, ਉਹਨਾਂ ਦੇ ਕਹਿਣ ਦਾ ਮਤਲਬ ਹੈ ਜਦੋਂ ਵੀ ਕੋਈ ਸਟੂਡੈਂਟ ਆਪਣੀ I-20 ਵਾਸਤੇ ਅਪਲਾਈ ਕਰਦਾ ਹੈ, ਡਿਫਰੈਂਟ ਕਾਲਜ ਯੂਨੀਵਰਸਿਟੀਜ਼ ਦੀ ਡਿਫਰੈਂਟ ਫੀਸਿਸ ਹੁੰਦੀਆਂ ਨੇ। ਕੋਈ $200, $250, $300 ਦੇ ਨੇੜੇ ਤੇੜੇ ਜਿਹੜੀਆਂ ਫੀਸਾਂ ਹੈ, ਉਹ ਬੱਚਾ I-20 ਵਾਸਤੇ ਆਪਣੀ ਪੇ ਕਰਦਾ ਹੈ। ਜਿਹੜੀ ਸਰਵਿਸ ਫੀ ਹੈ ਉਹ ਸਰਕਾਰੀ ਫੀਸ ਹੈ, ਵੱਖਰੀ ਫੀਸ ਹੈ। $350 ਜਿਹੜੀ $US ਹੈ, ਬੱਚੇ ਨੂੰ ਡਿਫਰੈਂਟ ਦੇਣੀ ਪੈਂਦੀ ਹੈ। ਜਦੋਂ ਬੱਚਾ ਆਪਣੀ ਸਰਵਿਸ ਫੀ ਵੀ ਭਰ ਦਿੰਦਾ ਹੈ, ਉਹ ਕਿਉਂਕਿ ਆਲਰੇਡੀ ਕਾਲਜ ਯੂਨੀਵਰਸਿਟੀਜ਼ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ I-20 ਵਾਸਤੇ ਆਪਣੇ ਡਾਕੂਮੈਂਟਸ ਜਿਹੜੇ ਉਹ ਸ਼ੇਅਰ ਕਰ ਦਿੱਤੇ ਹੁੰਦੇ ਨੇ। ਜਿਹੜੀ ਸਰਵਿਸ ਫੀ ਹੈ ਤੁਸੀਂ ਆਪਣੀ ਡਿਫਰੈਂਟਲੀ ਪੇ ਕਰਤੀ। ਜਿੱਦਾਂ ਕਿ ਸਰ ਨੇ ਦੱਸਿਆ, ਇੱਕ ਪਾਰਟੀਕੂਲਰ ਜਿਹੜਾ ਡਿਪਾਰਟਮੈਂਟ ਹੈ ਸਰ, ਹੋਮ ਐਂਡ ਅਫੇਅਰ ਤੁਸੀਂ ਦੱਸਿਆ ਡਿਪਾਰਟਮੈਂਟ ਮੈਨੂੰ,
ਹੋਮਲੈਂਡ ਅਫੇਅਰ ਸਰ ਹੋਮਲੈਂਡ ਅਫੇਅਰ ਜਿਹੜਾ ਡਿਪਾਰਟਮੈਂਟ ਹੈ ਉਹ ਪੂਰੀ ਨਜ਼ਰ ਰੱਖਦਾ ਹੈ ਸੋ ਡੈਟ ਜਿਹੜਾ ਵੀ ਬੱਚਾ ਫਰਦਰ ਸਟੱਡੀ ਵਾਸਤੇ ਉੱਥੇ ਜਾ ਰਿਹਾ ਉਹਦੀ ਪੂਰੀ ਇਨਫੋਰਮੇਸ਼ਨ ਹੋਵੇ ਕਿਉਂਕਿ ਜਦੋਂ ਇੰਟਰਵਿਊਅਰ ਹੈਗਾ ਜਿਹੜਾ ਵੀਜ਼ਾ ਆਫਿਸਰ ਹੈ ਜਿਹੜਾ ਉਹ ਇੰਟਰਵਿਊ ਲੈਂਦੇ ਨੇ ਉਹਨਾਂ ਨੂੰ ਜਦੋਂ ਬੱਚਾ ਇੰਟਰਵਿਊ ਵਾਸਤੇ ਜਾਂਦਾ ਹੈ 70% ਇਨਫੋਰਮੇਸ਼ਨ ਉਹਨਾਂ ਕੋਲ ਪਹਿਲਾਂ ਹੀ ਗਈ ਹੁੰਦੀ ਹੈ ਬੱਚੇ ਦੀ ਕਿ ਇਸ ਬੱਚੇ ਦਾ ਐਕਚੁਅਲ ਪ੍ਰੋਫਾਈਲ ਕੀ ਹੈ ਇਸ ਕਰਕੇ ਕਈ ਵਾਰੀ ਸਟੂਡੈਂਟਸ ਕਹਿੰਦੇ ਨੇ ਕਿ ਅਸੀਂ ਇੰਟਰਵਿਊ ਦੇਣ ਗਏ ਤੇ ਸਾਨੂੰ ਜ਼ਿਆਦਾ ਕੁਐਸਚਨਸ ਉਹਨਾਂ ਨੇ ਪੁੱਛੇ ਹੀ ਨਹੀਂ ਰੀਜ਼ਨ ਇਹ ਹੁੰਦਾ ਹੈ ਕਿ ਆਲਰੇਡੀ ਪਤਾ ਹੁੰਦਾ ਹੈ ਕਿ 70% ਇਨਫੋਰਮੇਸ਼ਨ ਬੱਚੇ ਦੀ ਆਈ ਹੈ ਉਹ ਐਲੀਜੀਬਲ ਹੈ ਜਾਂ ਨਹੀਂ ਹੈ ਤੇ ਬਾਕੀ ਉਹਨੇ ਆਪਣੇ ਕਮਿਊਨੀਕੇਸ਼ਨ ਸਕਿੱਲਸ ਨਾਲ ਬੱਚਾ ਪ੍ਰੈਜ਼ੈਂਟ ਕਰਦਾ ਹੈ ਨੈਕਸਟ ਜਿਵੇਂ ਕਿ ਸਰ ਨੇ ਦੱਸਿਆ ਕਿ ਇਸ ਦੇ ਵਿੱਚ ਅੰਬੈਸੀ ਫੀਸ ਵੀ ਜਾਂਦੀ ਹੈ ਜਿਹੜੀ ਕਿ $160 ਹੈ ਅੰਬੈਸੀ ਫੀਸ ਦੇ ਲਈ ਇੱਕ ਜਿਹੜਾ DS 160 ਫਾਰਮ ਹੈ ਉਸ ਦੇ ਵਿੱਚ ਪੂਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ DS 160 ਇਨਫੋਰਮੇਸ਼ਨ ਜਿਹੜਾ ਫਾਰਮ ਅਸੀਂ ਪੜ੍ਹਦੇ ਹਾਂ ਸਟੂਡੈਂਟ ਦੀ ਸਾਰੀ ਇਨਫੋਰਮੇਸ਼ਨ ਪੇਰੈਂਟਸ ਦੀ ਸਾਰੀ ਇਨਫੋਰਮੇਸ਼ਨ ਉਸ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ ਉਸ ਤਰ੍ਹਾਂ ਦੀ ਤੇ ਉਸ ਤੋਂ ਵੀ ਮੇਜਰ ਜਿਹੜੀ ਇਨਫੋਰਮੇਸ਼ਨ ਉਹਦੇ ਵਿੱਚ ਸ਼ੇਅਰ ਹੁੰਦੀ ਹੈ ਉਹ ਹੁੰਦੀ ਹੈ ਉਸ ਦੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਲਿੰਕਸ ਦੇ ਬਾਰੇ ਪੁੱਛਿਆ ਜਾਂਦਾ ਹੈ ਕਿ ਕੀ ਉਹ ਅਵੇਲੇਬਲ ਹੈ ਤੇ ਉਸ ਦੇ ਜ਼ਰੀਏ ਜਿਹੜਾ ਵੀ ਬੱਚਾ ਇੰਟਰਵਿਊ ਦੇ ਵਿੱਚ ਜਾ ਰਿਹਾ ਹੈ ਜਿਹੜਾ ਵੀਜ਼ਾ ਆਫਿਸਰ ਹੈ ਉਹ ਚਾਹੇ ਤਾਂ ਉੱਥੋਂ ਉਹਦੀ ਹਿਸਟਰੀ ਵੀ ਚੈੱਕ ਕਰ ਸਕਦਾ ਹੈ ਕਿ ਵਾਕਈ ਇਸ ਬੱਚੇ ਦਾ ਪ੍ਰੋਫਾਈਲ ਕਰੈਕਟ ਹੈ ਸੋ ਸਟੂਡੈਂਟਸ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਤੁਹਾਡੇ ਫੰਡਸ ਤੁਹਾਡਾ ਜਿਹੜਾ ਮੋਟਿਵ ਹੈ ਸਿਰਫ ਪੜ੍ਹਨ ਦਾ ਇਹ ਬਹੁਤ ਕਲੀਅਰ ਹੋਣਾ ਚਾਹੀਦਾ ਜਦੋਂ ਤੁਸੀਂ USA ਦੇ ਵਿੱਚ ਫਰਦਰ ਸਟੱਡੀ ਦੇ ਲਈ ਜਾ ਰਹੇ ਹੋ ਇਹਦੇ ਵਿੱਚ ਕੀ ਹੈ ਕਿ ਦੇਖੋ ਹੁਣ ਸਟੂਡੈਂਟ ਪੁੱਛਦੇ ਨੇ ਕੁਐਰੀ ਆਉਂਦੀ ਹੈ ਕਿ ਸਰ ਅਸੀਂ ਫੰਡ 'ਚ ਕੀ ਦਿਖਾਉਣਾ ਦੇਖੋ ਫੰਡ 'ਚ ਤੁਸੀਂ ਆਪਣੀ FD ਦਿਖਾ ਸਕਦੇ ਹੋ ਬੈਂਕ ਬੈਲੈਂਸ ਸਰਟੀਫਿਕੇਟ ਦਿਖਾ ਸਕਦੇ ਹੋ ਠੀਕ ਹੈ ਫਿਰ ਤੁਸੀਂ ਆਪਣੇ ਮਿਊਚੁਅਲ ਫੰਡ ਦਿਖਾ ਸਕਦੇ ਹੋ ਸ਼ੇਅਰ ਬੌਂਡਸ ਦਿਖਾ ਸਕਦੇ ਹੋ ਲੋਨ ਦਿਖਾ ਸਕਦੇ ਹੋ ਠੀਕ ਹੈ ਨਾ ਫਿਰ ਤੁਸੀਂ ਫੰਡ ਕਿਹਦੇ ਦਿਖਾ ਸਕਦੇ ਹੋ ਖੁਦ ਦੇ ਨਾਮ ਦੇ ਦਿਖਾ ਸਕਦੇ ਹੋ ਆਪਣੇ ਸਪਾਊਸ ਦੇ ਨਾਮ ਦੇ ਦਿਖਾ ਸਕਦੇ ਹੋ ਆਪਣੇ ਰਿਲੇਟਿਵ ਦੇ ਨਾਮ ਦੇ ਦਿਖਾ ਸਕਦੇ ਹੋ ਬ੍ਰਦਰ ਦੇ ਨਾਮ ਦੇ ਮਦਰ ਗ੍ਰੈਂਡ ਪੇਰੈਂਟ ਫਾਦਰ ਤੁਸੀਂ ਮਤਲਬ ਇਹਦੇ ਵਿੱਚ ਕਿਸੇ ਦੇ ਵੀ ਫੰਡ ਦਿਖਾ ਸਕਦੇ ਹੋ ਮੇਰੇ ਹਿਸਾਬ ਨਾਲ ਤੇ ਬਾਕੀ ਜਿਵੇਂ ਬਾਕੀ ਕੰਟਰੀਆਂ 'ਚ ਇਸ਼ੂ ਆਉਂਦਾ ਹੈ ਜੀ ਮੈਂ ਸਿਰਫ ਆਪਣੇ ਮਦਰ ਫਾਦਰ ਦੇ ਫੰਡ ਦਿਖਾ ਸਕਦਾ ਜਾਂ ਆਪਣੇ ਦਿਖਾ ਸਕਦਾ ਹੈ ਨਾ ਕਿਸੇ ਜਾਂਦਾ ਜੀ ਮਦਰ ਫਾਦਰ ਜਾਂ ਸਪਾਊਸ ਦੇ ਫੰਡ ਦਿਖਾ ਸਕਦੇ ਇਹਦੇ ਵਿੱਚ ਇੱਦਾਂ ਕੋਈ ਇਸ਼ੂ ਨਹੀਂ ਹੈ ਇਹ ਤੁਸੀਂ ਕਿਸੇ ਦੇ ਫੰਡ ਦਿਖਾ ਸਕਦੇ ਜੋ ਤੁਹਾਡਾ ਨੋਨ ਹੈ ਜਿਹੜਾ ਰਿਲੇਟਿਵ ਹੈ ਉਹ ਤੁਹਾਡੇ ਬਿਹਾਫ ਤੇ ਆਪਣੇ ਫੰਡ ਲਾ ਕੇ ਤੁਹਾਨੂੰ USA ਭੇਜ ਸਕਦਾ ਹੈ ਕਿਉਂਕਿ ਇਹ ਵੀ ਇੱਕ USP ਹੈ USA ਦੀ ਠੀਕ ਹੈ ਜਿੱਥੇ ਤੱਕ ਕਿ ਸਰ ਨੇ ਦੱਸਿਆ ਕਿ USA ਦੇ ਵਿੱਚ ਫਸਟ ਸੈਕੰਡ ਥਰਡ ਪਾਰਟੀ ਜਿਹੜੀ ਫੰਡਸ ਨੇ ਉਹਨਾਂ ਨੂੰ ਦਿਖਾਇਆ ਜਾ ਸਕਦਾ ਹੈ ਅਸੀਂ ਐਜ਼ ਏ 7 ਓਸ਼ਨਸ ਬਲੂ ਕੰਸਲਟੈਂਟ ਇਹੀ ਰਿਕਮੈਂਡ ਕਰਦੇ ਹਾਂ ਕਿ ਕੋਸ਼ਿਸ਼ ਕਰੋ ਮੇਜਰਲੀ ਜਿਹੜੇ ਤੁਹਾਡੇ ਫੰਡਸ ਨੇ ਤੁਸੀਂ ਆਪਣੇ ਪੇਰੈਂਟਸ ਤੇ ਦਿਖਾਓ ਰੀਜ਼ਨ ਇਜ਼ ਦਿਸ ਐਟਲੀਸਟ ਜੇ ਤੁਸੀਂ 3 ਸਾਲ ਦੀ 4 ਸਾਲ ਦੀ ਸਟੱਡੀ ਕੋਰਸ ਵਾਸਤੇ ਜਾ ਰਹੇ ਹੋ ਐਟਲੀਸਟ 4 ਸਾਲ ਦੀ ਸਟੱਡੀ ਕੋਰਸ ਹੈ 3 ਸਾਲ ਦਾ ਹੈ 2 ਸਾਲ ਦਾ ਤਾਂ ਘੱਟ ਤੋਂ ਘੱਟ ਤੁਸੀਂ ਆਪਣੇ ਪੇਰੈਂਟਸ ਦੇ ਜਿਹੜੇ ਫੰਡਸ ਹੈ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰੋ ਆਲਦੋ ਅਸੈਪਟੇਬਲ ਨੇ ਫਸਟ ਸੈਕੰਡ ਥਰਡ ਪਾਰਟੀ ਦੇ ਫੰਡਸ ਵੀ ਜਿੱਦਾਂ ਕਿ ਸਰ ਨੇ ਕਲੀਅਰ ਕੀਤਾ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗੀ ਕਿ ਕੁਝ ਜਿਹੜੇ ਹੁੰਦੇ ਆ ਲੈਂਡਸ ਦੀ ਜਿਹੜੀ ਲਿਮਿਟ ਕਰਵਾ ਲੈਂਦੇ ਆ ਐਗਰੀਕਲਚਰ ਲੈਂਡ ਦੀ ਜਿਹੜੀ ਲਿਮਿਟ ਹੈ ਉਹ ਅਸੈਪਟੇਬਲ ਨਹੀਂ ਹੁੰਦੀ ਇਸ ਦੇ ਵਿੱਚ ਤੇ ਹੋਮ ਲੋਨਸ ਵੀ ਅਸੈਪਟੇਬਲ ਨਹੀਂ ਹੈ ਤੁਸੀਂ ਲੋਨ ਅਗੇਂਸਟ ਪ੍ਰਾਪਰਟੀ ਲਿਆ ਹੈ ਉਹਨੂੰ ਕਨਵਰਟ ਕਰਵਾ ਰਹੇ ਹੋ ਸਟੱਡੀ ਵੀਜ਼ਾ ਦੇ ਲਈ ਕੋਈ ਪਾਰਟਿਕੂਲਰ ਜਿਨ੍ਹਾਂ ਨੂੰ ਐਜੂਕੇਸ਼ਨ ਉਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਐਜੂਕੇਸ਼ਨ ਲੋਨਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਸੋ ਬੇਸਿਕਲੀ ਉਹ ਬਣੇ ਹੀ ਹੈ ਐਜੂਕੇਸ਼ਨ ਪਰਪਸ ਹੀ ਹੈ ਐਜੂਕੇਸ਼ਨ ਲੋਨ ਇਟਸੈਲਫ ਨੇਮ ਹੀ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਫਰਦਰ ਸਟੱਡੀ ਲਈ ਅਪਲਾਈ ਕਰਨਾ ਤੇ ਤੁਸੀਂ ਐਜੂਕੇਸ਼ਨ ਲੋਨ ਨੂੰ ਕਹਿ ਰਹੇ ਹੋ ਕੋਈ ਵੀ ਜਿਹੜਾ ਤੁਸੀਂ ਲੋਨ ਆਪਣਾ ਅਪਰੂਵ ਕਰਵਾ ਰਹੇ ਹੋ ਉਹ ਤਾਂ ਤੁਹਾਡੀ ਪ੍ਰੋਪਰ ਉਹਦੀ ਜੋ ਤੁਹਾਡੇ ਕੋਲ ਬੈਂਕਿੰਗ ਦੀ ਜਿਹੜੀ ਹੈ ਉਹ ਸਰਟੀਫਿਕੇਸ਼ਨਸ ਜਿਹੜੇ ਨੇ ਉਹ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਸੋ ਜੀ ਸਰ ਮੈਂ ਹੁਣ ਥੋੜਾ ਰਿਵਿਊ ਕਰਨਾ ਚਾਹੁੰਦਾ ਕਿ ਸਟੈਪ ਬਾਈ ਸਟੈਪ ਕੀ ਹੁੰਦਾ ਸਪੋਜ਼ ਤੁਸੀਂ ਕਿਸੇ ਯੂਨੀਵਰਸਿਟੀ ਨੂੰ ਸਭ ਤੋਂ ਪਹਿਲਾਂ ਅਪਲਾਈ ਕਰੋਗੇ ਹੈ ਨਾ ਤੁਸੀਂ ਆਪਣੇ ਟ੍ਰਾਂਸਕ੍ਰਿਪਟਸ ਦਿਓਗੇ ਠੀਕ ਹੈ ਹੁਣ ਟ੍ਰਾਂਸਕ੍ਰਿਪਟਸ ਕੀ ਹੁੰਦੀਆਂ ਜਿਵੇਂ ਤੁਸੀਂ 10th+2 ਕੀਤੀ ਹੋਈ ਹੈ ਉਹ ਟ੍ਰਾਂਸਕ੍ਰਿਪਟ ਪਲੱਸ ਪਾਸਪੋਰਟ ਦੀ ਕਾਪੀਜ਼ ਦਿਓਗੇ ਪਲੱਸ ਤੁਸੀਂ ਆਪਣੀ IELTS PT ਕੀਤੀ ਤਾਂ ਉਹਦੇ ਜਾਂ TOEFL ਕੀਤੀ ਉਹਦੀ ਕਾਪੀ ਦਿਓਗੇ ਅਗਰ ਨਹੀਂ ਹੈ ਤੇ ਫਿਰ ਤੁਸੀਂ ਵਿਦਆਊਟ IELTS ਜਾਓਗੇ IEP ਅੰਡਰ ਜਾਓਗੇ ਇੰਟੈਂਸਿਵ ਇੰਗਲਿਸ਼ ਪ੍ਰੋਗਰਾਮ ਅੰਦਰ ਜਾਓਗੇ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਫਿਰ ਤੁਹਾਨੂੰ 10th+2 ਗ੍ਰੈਜੂਏਸ਼ਨ ਦੀ ਡਿਗਰੀ ਸਾਰੇ ਸਮੈਸਟਰ ਵਾਈਜ਼ ਟ੍ਰਾਂਸਕ੍ਰਿਪਟਸ ਅਗਰ ਤੁਹਾਡੀ ਬੈਕਲੌਗਸ ਨੇ ਤੇ ਬੈਕਲੌਗ 12 ਤੋਂ 15 ਹੈ ਤੁਹਾਡੀ ਬੈਕਲੌਗਸ ਪੂਰੇ ਗ੍ਰੈਜੂਏਸ਼ਨ ਜਾਂ ਇੰਜੀਨੀਅਰਿੰਗ 'ਚ ਹੈਗੀਆਂ ਨੇ ਉਹ ਅਸੈਪਟੇਬਲ ਨੇ ਠੀਕ ਹੈ ਹੁਣ ਜਿੰਨੀਆਂ ਬੈਕਲੌਗਸ ਆਈਆਂ ਨੇ ਉਹ ਉਹਨਾਂ ਦੀ ਟ੍ਰਾਂਸਕ੍ਰਿਪਟਸ ਪਲੱਸ ਉਹਨਾਂ ਦੀ ਪਾਸ ਜਿਹੜੀਆਂ ਤੁਸੀਂ ਕੀਤੀਆਂ ਨੇ ਉਹਨਾਂ ਦੀ ਟ੍ਰਾਂਸਕ੍ਰਿਪਟਸ ਵੀ ਲੱਗਦੀਆਂ ਨੇ ਠੀਕ ਹੈ ਫਿਰ ਤੁਹਾਡੀ ਲੈਟਰ ਆਫ ਰਿਕਮੈਂਡੇਸ਼ਨ ਲੱਗਦੀਆਂ ਨੇ 2 ਕਿ ਹਾਂ ਬਈ ਇਹ ਬੱਚਾ USA ਕਰ ਜਾ ਕੇ ਅੱਛੀ ਪੜ੍ਹਾਈ ਕਰੇਗਾ ਉਹ ਇੱਥੇ ਵੀ ਅੱਛਾ ਸਟੂਡੈਂਟ ਸੀਗਾ ਔਰ ਇਹਨੇ ਇੰਗਲਿਸ਼ ਮੀਡੀਅਮ ਵਿੱਚ ਹੀ ਪੜ੍ਹਾਈ ਕੀਤੀ ਹੋਈ ਹੈ ਠੀਕ ਹੈ ਪਲੱਸ ਤੁਹਾਡਾ ਰਿਜ਼ਿਊਮੇ ਲੱਗਦਾ ਹੈ ਠੀਕ ਹੈ ਇਹ 'ਚ ਵੀ ਤੁਹਾਡਾ ਪਾਸਪੋਰਟ ਲੱਗਦਾ ਹੈ ਅਗਰ IELTS ਕੀਤੀ ਹੋਈ ਹੈ ਤੇ IELTS ਤੇ PT ਤੁਹਾਡੇ ਸਰਟੀਫਿਕੇਟ ਲੱਗਦੇ ਨੇ
ਠੀਕ ਹੈ। ਅਗਰ ਨਹੀਂ ਕੀਤੀ ਹੋਈ ਹੈ ਫਿਰ ਤੁਹਾਡਾ IEP ਥਰੂ ਹੀ ਐਡਮਿਸ਼ਨ ਹੁੰਦੀ ਹੈ। ਇਹ ਸਾਰੇ ਆਪਾਂ ਜੋ ਡਾਕੂਮੈਂਟਸ ਮੋਟੇ-ਮੋਟੇ ਹੀ ਸਬਮਿਟ ਕਰ ਦਿੰਦੇ ਆ। ਉਸ ਤੋਂ ਬਾਅਦ ਸਾਡੀ I-20 ਦੀ ਅਸੀਂ ਵੇਟ ਕਰਦੇ ਹਾਂ। ਹੁਣ ਆਬਜੈਕਸ਼ਨ ਲਾ ਕੇ ਆ ਸਕਦਾ ਹੈ ਕਿ ਜੀ $1000 ਸਬਮਿਟ ਕਰੋ, $2000 ਸਬਮਿਟ ਕਰੋ, ਜਾਂ ਨਹੀਂ ਤਾਂ ਤੁਸੀਂ ਸਾਨੂੰ ਫੰਡ ਸ਼ੋਅ ਕਰੋ ਜੀ ਇੰਨੇ 30 ਲੱਖ ਫੰਡ ਸ਼ੋਅ ਕਰੋ, 28 ਲੱਖ ਕਰੋ, 25 ਲੱਖ ਕਰੋ। ਉਹ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ। ਤੁਸੀਂ ਆਪਣੇ ਫੰਡ ਸ਼ੋਅ ਕਰ ਦਿਓ, ਤੁਹਾਡੀ I-20 ਆ ਜਾਂਦੀ। ਜੋ ਤੁਹਾਡੀ I-20 ਆ ਜਾਂਦੀ ਉਹ ਤੁਹਾਨੂੰ ਐਡਮਿਸ਼ਨ ਮਿਲ ਗਿਆ। ਐਡਮਿਸ਼ਨ ਤੋਂ ਬਾਅਦ ਫਿਰ ਅਸੀਂ ਤੁਹਾਡਾ ਸਰਵਿਸ ਫੀ ਭਰਦੇ ਹਾਂ, ਠੀਕ ਹੈ। ਸਰਵਿਸ ਫੀ ਭਰਨ ਤੋਂ ਬਾਅਦ ਅਸੀਂ DS-160 ਫਾਰਮ ਭਰ ਕੇ ਜੋ ਸਰਵਿਸ ਫੀ $350 ਹੈ, ਫਿਰ DS-160 ਜਿਹਦੀ $160 ਹੈ, ਜਿਹੜੀ ਐਮਬੈਸੀ ਫੀਸ ਹੈ ਉਹ ਭਰ ਕੇ ਅਸੀਂ ਫਿਰ ਤੁਹਾਨੂੰ ਇੰਟਰਵਿਊ ਵਾਸਤੇ ਪ੍ਰਪੇਅਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇੰਟਰਵਿਊ ਪ੍ਰੈਪਰੇਸ਼ਨ ਬਹੁਤ ਜ਼ਰੂਰੀ ਹੈ। ਬੱਚੇ ਦਾ ਕੌਨਫੀਡੈਂਸ ਲੈਵਲ ਹੋਣਾ ਬਹੁਤ ਜ਼ਰੂਰੀ ਹੈ। ਬੱਚੇ ਨੂੰ ਕੌਨਫੀਡੈਂਟ ਹੋਣਾ ਬਹੁਤ ਜ਼ਰੂਰੀ। ਬੱਚਾ ਜਦੋਂ ਇੰਟਰਵਿਊ ਦਿੰਦਾ ਹੈ ਉਹਦੇ ਜਿਹੜੇ 3-4 ਮੇਨ ਕੁਐਸਚਨ ਜਿਹੜੇ ਮੈਂ ਦੱਸੇ ਸੀਗੇ ਉਹ ਉਹਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਵਾਈ US ਔਰ US ਦੀ ਇਹ ਯੂਨੀਵਰਸਿਟੀ ਕਿਉਂ। ਬਾਕੀ ਉਹਨੇ ਬੇਸਿਕ ਕੁਐਸਚਨ ਹੀ ਪੁੱਛਣੇ ਆ, ਤੁਹਾਡੀ ਜਨਰਲ ਇਨਫੋਰਮੇਸ਼ਨ ਪੁੱਛਣੀ ਹੈ ਐਜ਼ ਪਰ ਯੋਰ DS-160 ਫਾਰਮ। ਮਤਲਬ ਜਿਹੜਾ ਅਸੀਂ ਐਪਲੀਕੇਸ਼ਨ ਫਾਰਮ ਤੁਹਾਡਾ ਭਰਿਆ ਉਹ 'ਤੇ ਜਿਹੜੀ ਇਨਫੋਰਮੇਸ਼ਨ ਹੈ ਉਹ ਅੱਗੇ ਜਾ ਕੇ ਪੁੱਛਦੇ ਨੇ, ਠੀਕ ਹੈ। ਤੇ ਇਹੀ ਮੇਨ ਕੁਐਸਚਨਸ ਨੇ। ਉਸ ਤੋਂ ਬਾਅਦ 'ਚੋਂ ਤੁਸੀਂ ਆਪਣੇ ਜਿਹੜੇ ਫੰਡ ਨਾਲ ਉਹਨੂੰ ਦਿਖਾਉਂਦੇ ਹੋ, ਅਗਰ ਉਹ ਮੰਗਣ ਨਹੀਂ ਤਾਂ ਆਪਣੇ ਤੁਹਾਡਾ ਪਾਸਪੋਰਟ ਰੱਖ ਲੈਂਦੇ ਨੇ, ਤੁਹਾਨੂੰ ਵੀਜ਼ਾ ਸਟੈਂਪ ਕਰਕੇ ਦੇ ਦਿੰਦੇ ਨੇ, ਠੀਕ ਹੈ। ਔਰ ਤੁਸੀਂ ਫਲਾਈ ਕਰ ਲੈਂਦੇ USA 'ਚੋਂ, ਔਰ ਤੁਸੀਂ ਆਪਣਾ ਭਵਿੱਖ ਤੁਹਾਡੇ ਹੱਥਾਂ 'ਚ ਅੱਗੇ ਤੁਸੀਂ ਬਣਾਉਣਾ ਹੈ। ਤਾਂ ਜਿੱਥੇ ਤੱਕ ਸਰ ਨੇ ਦੱਸਿਆ ਫੰਡਸ ਬਾਰੇ, ਸਭ ਤੋਂ ਵੱਡੀ ਤੇ ਵਧੀਆ ਗੱਲ ਹੈ USA ਦੇ ਵਿੱਚ 1 day old ਫੰਡ ਵੀ ਚੱਲ ਜਾਂਦੇ ਨੇ। ਜਿੱਥੇ ਤੱਕ ਅਸੀਂ ਕਿਸੇ ਹੋਰ ਕੰਟਰੀ ਦੀ ਗੱਲ ਕਰੀਏ, ਫੋਰ ਇੰਸਟੈਂਸ ਆਪਾਂ UK ਦੀ ਗੱਲ ਕਰਦੇ ਹਾਂ, 28 ਦਿਨ ਪੁਰਾਣਾ ਫੰਡ ਤੁਹਾਨੂੰ ਦਿਖਾਉਣਾ ਪੈਂਦਾ ਹੈ। ਅਸੀਂ ਕਿਸੇ ਕੈਨੇਡਾ ਦੀ ਗੱਲ ਕਰਦੇ ਹਾਂ, ਤੁਹਾਨੂੰ ਆਪਣਾ GIC ਦੇ ਨਾਂ 'ਤੇ 5-5.5 ਲੱਖ ਰੁਪਏ ਜਿਹੜਾ ਡਿਪੋਜ਼ਿਟ ਕਰਾਉਣਾ ਪੈਂਦਾ ਹੈ। ਅਤੇ ਕਿਤੇ ਨਾ ਕਿਤੇ USA ਦੀ ਇਹ USP ਹੈ ਕਿ ਤੁਹਾਨੂੰ ਜਿਹੜੀ ਫੀਸ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ। ਫੰਡਸ ਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਬਿਕੋਜ਼ 1 ਦਿਨ ਪੁਰਾਣਾ ਓਲਡ ਫੰਡ ਜਿਹੜਾ ਜੈਨੂਅਨ ਹੈ ਉਹ ਤੁਸੀਂ ਸ਼ੋਅ ਕਰ ਸਕਦੇ ਹੋ। ਸੋ ਓਵਰਆਲ USA ਸਟੱਡੀ ਵੀਜ਼ਾ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ ਉਹਨਾਂ ਸਟੂਡੈਂਟਸ ਵਾਸਤੇ ਜਿਹੜੇ ਵਾਕਈ ਪੜ੍ਹ ਕੇ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਨੇ। ਸੋ ਸਿੰਪਲ ਹੈ ਮੈਮ, ਫੰਡ ਦਿਖਾਓ, ਇੰਟਰਵਿਊ ਕਲੀਅਰ ਕਰੋ, USA ਜਾਓ, ਫੀਸ ਬਾਅਦ ਚੋਂ ਭਰੋ, ਦੈਟਸ ਇਟ। ਫੰਡ ਦਿਖਾਓ, ਤੁਹਾਡੇ ਅਕਾਊਂਟ 'ਚ ਪਏ ਉਹ ਦਿਖਾਓ, USA ਦੀ ਇੰਟਰਵਿਊ ਪ੍ਰੈਪਰੇਸ਼ਨ ਕਰੋ। ਮਹੀਨਾ-1.5 ਮਹੀਨਾ 'ਚ ਲੱਗ ਹੀ ਜਾਂਦਾ I-20 ਆਉਣ 'ਚ, ਪਲੱਸ ਅੱਗੇ DS-160 ਅਪਾਇੰਟਮੈਂਟ ਲੈਣ 'ਚ, ਠੀਕ ਹੈ। 1.5 ਮਹੀਨਾ ਲੱਗ ਜਾਂਦਾ। ਉਹ 'ਚ ਪ੍ਰੈਪਰੇਸ਼ਨ ਕਰੋ ਔਰ USA ਜਾਓ ਔਰ ਉੱਥੇ ਸਟੱਡੀ ਕਰੋ, ਪਲੱਸ ਪੈਸੇ ਕਮਾਓ। 7 Oceans Blue ਵੀਜ਼ਾ ਕੰਸਲਟੈਂਟਸ ਹਰ ਇੱਕ ਸਟੂਡੈਂਟ ਜਿਹੜਾ ਸਾਡੇ ਕੋਲੋਂ USA ਸਟੱਡੀ ਵੀਜ਼ਾ ਅਪਲਾਈ ਕਰਦਾ ਹੈ ਉਹਨੂੰ ਫ੍ਰੀ ਇੰਟਰਵਿਊ ਪ੍ਰਿਪਰੇਸ਼ਨ ਕਰਵਾਉਂਦਾ ਹੈ। ਬਿਕੋਜ਼ ਸਾਡਾ ਮੋਟਿਵ ਹੈ ਜਿਹੜਾ ਸਟੂਡੈਂਟ ਸਾਡੇ ਕੋਲ ਆਇਆ ਹੈ ਉਸ ਦੀ ਚੰਗੀ ਤਰ੍ਹਾਂ ਅਸੀਂ ਇੰਟਰਵਿਊ ਪ੍ਰਿਪਰੇਸ਼ਨ ਕਰਾਈਏ, ਸੋ ਦੈਟ ਜਦੋਂ ਵੀ ਉਹ ਆਪਣੀ ਇੰਟਰਵਿਊ ਦੇਣ ਜਾਵੇ ਉਹਦੇ ਵਿੱਚ ਇੰਨਾ ਕੌਨਫੀਡੈਂਸ ਹੋਵੇ ਕਿ ਉਹ ਆਪਣੀ ਇੰਟਰਵਿਊ ਨੂੰ ਕਰੈਕ ਕਰ ਸਕੇ। ਸਾਡੇ ਨਾਲ ਇਸ ਵੀਡੀਓ ਦੇ ਵਿੱਚ ਬਣੇ ਰਹਿਣ ਵਾਸਤੇ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਸ਼ਵੇਤਾ ਪ੍ਰਭਾਕਰ ਤੇ ਮਿਸਟਰ ਵਿਨੇ ਪ੍ਰਭਾਕਰ ਤੁਹਾਡਾ ਬਹੁਤ-ਬਹੁਤ ਥੈਂਕ ਯੂ ਕਰਦੇ ਨੇ। ਸਤਿ ਸ਼੍ਰੀ ਅਕਾਲ।